ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ, ਲੈ ਕੇ ਹਾਜ਼ਰ ਹਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੁੜੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਰਾਂਗੇ ਕਿਸਾਨੀ ਅੰਦੋਲਨ ਦੇ ਵੱਲ। ਕਿਸਾਨ ਜਥੇਬੰਦੀਆਂ ਆਪਣੇ ਐਲਾਨ ਦੇ ਮੁਤਾਬਿਕ ਹੁਣ ਪੱਛਮੀ ਬੰਗਾਲ ਦੇ ਵਿੱਚ ਪਹੁੰਚ ਚੁੱਕੀਆਂ ਨੇ। ਪੱਛਮੀ ਬੰਗਾਲ ਦੇ ਵਿੱਚ ਪਹੁੰਚੇ ਕਿਸਾਨ ਆਗੂਆਂ ਦੇ ਵੱਲੋਂ ਰੈਲੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਵੱਡੀਆਂ ਪ੍ਰੈਸ ਕਾਨਫਰੰਸਾਂ ਪੱਛਮੀ ਬੰਗਾਲ ਦੇ ਵਿੱਚ ਹੋ ਰਹੀਆਂ ਨੇ, ਜਿਸ ਦੇ ਵਿੱਚ ਹੁਣ ਭਾਜਪਾ ਸਰਕਾਰ ਨੂੰ ਟੱਕਰ ਦੇਣ ਦੇ ਲਈ ਲਗਾਤਾਰ ਕੰਮ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਰੰਭ ਦਿੱਤੇ ਗਏ ਨੇ। ਵੱਡੀਆਂ ਰੈਲੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਨ ਦਾ ਐਲਾਨ ਕਿਸਾਨ ਜਥੇਬੰਦੀਆਂ ਕਰ ਚੁੱਕੀਆਂ ਨੇ। ਕੋਲਕਾਤਾ ਦੇ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਹੈ, ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਖਾਸ ਤੌਰ ਦੇ ਉੱਤੇ ਨਾ ਕਿਸਾਨ ਆਗੂਆਂ ਨੇ ਵੱਖੋ ਵੱਖਰੇ ਮਸਲਿਆਂ ਦੇ ਉੱਤੇ ਚਰਚਾ ਕੀਤੀ ਤੇ ਇੱਕ ਚਿੱਠੀ ਵੀ ਪੱਛਮੀ ਬੰਗਾਲ ਦੇ ਕਿਸਾਨਾਂ ਦੇ ਨਾਮ ਜਾਰੀ ਕੀਤੀ ਹੈ, ਜਿਸ ਚਿੱਠੀ ਦੇ ਵਿੱਚ ਉਹਨਾਂ ਨੇ ਇਹਨਾਂ ਖੇਤੀ ਕਾਨੂੰਨਾਂ ਦਾ ਨੁਕਸਾਨ ਕਿਸਾਨਾਂ ਦੇ ਲਈ ਅਤੇ ਹੋਰ ਵਰਗਾਂ ਦੇ ਲਈ ਕਿਸ ਕਦਰ ਭਾਰੀ ਹੈ ਇਸ ਸੰਬੰਧ ਦੇ ਵਿੱਚ ਲਿਖ ਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਨਾਲ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਸੰਘਰਸ਼ ਇਸ ਦੇ ਨਾਲ ਹੋਰ ਤੇਜ਼ ਤੇ ਹੋਰ ਗੂੜਾ ਹੋਵੇਗਾ। ਤੇ ਉਧਰ ਜੇਕਰ ਤਸਵੀਰਾਂ ਵਿਖਾਈਏ ਸਿੰਘੂ ਬਾਰਡਰ ਦੀਆਂ, ਤਾਂ ਪਹਿਲਾਂ ਜਿੱਥੇ ਸਰਦੀਆਂ ਦੇ ਚੱਲਦਿਆਂ ਵੱਖੋ ਵੱਖਰੇ ਪ੍ਰਬੰਧ ਕੀਤੇ ਗਏ ਸੀ, ਜਿਸ ਤਰ੍ਹਾਂ ਦੇ ਸ਼ੈਲਟਰ, ਗਰਮ ਸ਼ੈਲਟਰ ਬਣਾਏ ਗਏ ਸੀ ਤਾਂ ਜੋ ਕਿਸਾਨ ਉੱਥੇ ਰਹਿ ਸਕਣ, ਅਤੇ ਹੁਣ ਗਰਮੀਆਂ ਨੂੰ ਵੇਖਦਿਆਂ ਵੱਖਰੇ ਕਿਸਮ ਦੇ ਪ੍ਰਬੰਧ ਨੇ। ਇਸ ਮੌਕੇ ਦੇ ਉੱਤੇ ਕਿਸਾਨਾਂ ਨੇ ਹੁਣ ਪੱਕੇ ਘਰ ਛੱਤਣੇ ਵੀ ਸ਼ੁਰੂ ਕਰ ਦਿੱਤੇ ਨੇ। ਪੱਕੀਆਂ ਇੱਟਾਂ ਦੇ ਇਹ ਘਰ ਬਣਦੀਆਂ ਤੁਸੀਂ ਤਸਵੀਰਾਂ ਵੇਖ ਰਹੇ ਹੋ। ਇਹ ਡੇਰੇ ਪੱਕੇ ਲੱਗਦੇ ਜਾ ਰਹੇ ਨੇ ਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਲਈ ਵੀ ਇਹ ਚਿੰਤਾ ਦਾ ਵੱਡਾ ਕਾਰਨ ਬਣਦੇ ਜਾ ਰਹੀ ਹੈ। ਤੁਸੀਂ ਵੇਖ ਸਕਦੇ ਹੋ ਕਿ ਕਿੱਦਾਂ ਸਿੰਘੂ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਇੱਟਾਂ ਦੀ ਚਿਣਾਈ ਹੋਣੀ ਸ਼ੁਰੂ ਹੋ ਚੁੱਕੀ ਹੈ। ਪੱਕੇ ਤੌਰ ਦੇ ਉੱਤੇ ਟੀਨ ਦੇ ਸ਼ੈੱਡ ਪੈ ਚੁੱਕੇ ਨੇ। ਉਹਨਾਂ ਦੇ ਲਈ ਵਿੱਚ ਗਰਮੀਆਂ ਦੇ ਲਈ ਖਾਸ ਤੌਰ ਦੇ ਉੱਤੇ ਪੱਖਿਆਂ, ਕੂਲਰਾਂ ਤੇ ਇੱਥੋਂ ਤੱਕ ਕਿ ਏਸੀ ਦਾ ਪ੍ਰਬੰਧ ਵੀ ਹੋ ਚੁੱਕਿਆ ਹੈ। ਸੋ ਇਸ ਤਰ੍ਹਾਂ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਇਹ ਤਸਵੀਰਾਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਜਿਸ ਤਰ੍ਹਾਂ ਕੋਈ ਨਵਾਂ ਪਿੰਡ ਵਸਾਇਆ ਜਾ ਰਿਹਾ ਹੋਵੇ, ਪਰ ਇਹ ਤਸਵੀਰਾਂ ਸਿੰਘੂ ਬਾਰਡਰ ਦੀਆਂ ਨੇ, ਜਿੱਥੇ ਕਿਸਾਨਾਂ ਦੇ ਵੱਲੋਂ ਹੁਣ ਪੱਕੇ ਘਰ ਉਸਾਰਨ ਦੀ ਸ਼ੁਰੂਆਤ ਹੋ ਚੁੱਕੀ ਹੈ। ਹਾਲਾਂਕਿ ਜੋ ਹੁਣ ਤੱਕ ਖਬਰਾਂ ਆਪਣੀਆਂ ਨੇ ਉਸ ਦੇ ਮੁਤਾਬਿਕ ਇਸ ਉਸਾਰੀ ਨੂੰ ਪ੍ਰਸ਼ਾਸਨ ਦੇ ਵੱਲੋਂ ਰੁਕਵਾਇਆ ਵੀ ਗਿਆ ਹੈ, ਪਰ ਇਹ ਜੋ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ, ਤਸਵੀਰਾਂ ਕਿਤੇ ਨਾ ਕਿਤੇ ਕਿਸਾਨਾਂ ਦੇ ਹੌਸਲੇ ਹੋਰ ਬੁਲੰਦ ਕਰਦੀਆਂ ਜਾ ਰਹੀਆਂ ਨੇ। ਉਧਰ ਭਗਵੰਤ ਮਾਨ ਦੇ ਵੱਲੋਂ ਸੰਗਰੂਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਪ੍ਰੈਸ ਕਾਨਫਰੰਸ ਦੇ ਦਰਮਿਆਨ ਉਹਨਾਂ ਪੰਚਾਇਤੀ ਮਸਲਿਆਂ ਦੇ ਸਮੇਤ ਵੱਖ-ਵੱਖ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਹੈ। ਜਦੋਂ ਪੰਚਾਇਤ ਨੇ ਮਤਾ ਪਾਤਾ ਜੀ, ਮਤਾ ਪਾਤਾ ਕਿ ਨਹੀਂ ਦੇਣੇ, ਪੰਚਾਇਤ ਦਾ ਨਹੀਂ ਹੈਗਾ, ਨਾਲੇ ਕੱਲੀ ਦਾ ਗ੍ਰਾਮ ਸਭਾ ਦਾ। ਈਵਨ ਜੇ ਪੰਚਾਇਤ ਪਾ ਵੀ ਦਿੰਦੀ ਮਤਾ, ਗ੍ਰਾਮ ਸਭਾ ਇਹਨਾਂ ਦੇ ਮਤੇ ਦੇ ਉਲਟ ਜਾਂਦੀ, ਤਾਂ ਗ੍ਰਾਮ ਸਭਾ ਦਾ ਮਤਾ ਕੰਸੀਡਰ ਹੁੰਦਾ ਉੱਥੇ ਹਾਈ ਕੋਰਟ 'ਚ। ਸੋ ਮੈਂ ਪਹਿਲਾਂ ਵੀ ਇਹ ਕਹਿੰਦਾ ਰਿਹਾ, ਤੇ ਕਿਸਾਨ ਅੰਦੋਲਨ ਬਾਰੇ ਵੀ ਜਿਹੜੇ ਗ੍ਰਾਮ ਸਭਾ ਨੇ ਮਤੇ ਪਾਏ ਹੋਏ ਨੇ, ਕਿਉਂਕਿ ਕਿਸਾਨ ਅੰਦੋਲਨ ਕੋਰਟ 'ਚ ਨਹੀਂ ਗਿਆ, ਉਹ ਦੀ ਲੜਾਈ ਸਰਕਾਰ ਨਾਲ ਲੜ ਰਹੇ ਨੇ ਸਿੱਧੀ। ਈਵਨ ਉਹਨਾਂ ਨੇ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਸੀ ਉਹ ਵੀ ਉਹਨਾਂ ਨੇ ਨਹੀਂ ਮੰਨੀ, ਠੀਕ ਹੈ ਨਾ। ਪਰ ਇਹ ਗ੍ਰਾਮ ਸਭਾ ਦੇ ਜਿਹੜੇ ਇਜਲਾਸ ਨੇ ਉਹਨਾਂ ਦੀ ਜਿੱਤ ਹੈ। ਪੜ੍ਹੇ ਲਿਖੇ ਸਰਪੰਚ ਹੋਣ ਦਾ ਫਾਇਦਾ ਹੈ, ਪੜ੍ਹੀ ਲਿਖੀ ਪੰਚਾਇਤ ਹੋਣ ਦਾ ਇਹ ਫਾਇਦਾ ਹੈ ਕਿ ਤੁਸੀਂ ਆਪਣੇ ਪਿੰਡਾਂ ਦੀ ਜ਼ਮੀਨ ਤਾਂ ਬਚਾ ਸਕਦੇ ਹੋ ਕਿ ਅਸੀਂ ਨਹੀਂ ਦੇਣੀ ਜ਼ਮੀਨ, ਕਿ ਕੋਰਟ ਨੇ ਕਿਹਾ ਹਾਂ ਨਹੀਂ ਦੇਣੀ, ਤਾਂ ਫਿਰ ਇਹਨਾਂ ਨੇ ਗ੍ਰਾਮ ਸਭਾ ਦਾ ਮਤਾ ਪਾਇਆ ਕਿ ਨਹੀਂ ਦੇਣੀ, ਤਾਂ ਉਹ ਕਹਿੰਦੇ ਨਹੀਂ ਜੀ ਇਹ ਤਾਂ ਆ ਹੈ ਤੇ ਤਾਂ ਆਲਮੋਸਟ ਮਾਫੀ ਮੰਗਣੀ ਪਈ ਹੈ ਕਿ ਅਸੀਂ ਗਲਤ ਸੀਗੇ। ਤੇ ਹਜੇ ਵੀ ਜੇ ਇਹ ਪ੍ਰਸ਼ਾਸਨ ਜਿਹੜਾ ਇਹ ਤੰਗ ਕਰੂਗਾ ਤਾਂ ਆਮ ਆਦਮੀ ਪਾਰਟੀ ਨਾਲ ਖੜੂਗੀ। ਤੇ ਆਹ ਜਿਹੜੇ ਪੰਚਾਇਤ ਦੇ ਰਹਿੰਦੇ ਕੰਮ ਨੇ, ਇੱਕ ਦੋ ਕੇਸ ਹੋਰ ਚੱਲਦੇ ਨੇ ਹਾਈ ਕੋਰਟ 'ਚ, ਸਸਪੈਂਡ ਕਰਾਉਣਾ ਜੀ, ਕਹਿੰਦੇ ਕੰਮ ਕਿਉਂ ਕਰੀ ਜਾਂਦੇ ਲੋਕਾਂ ਦੇ, ਹੱਦ ਹੈ ਯਾਰ। ਮਤਲਬ ਆਪਦੇ ਪੱਲਿਓਂ ਪੈਸੇ ਲਾ ਕੇ ਇਹ ਮਤਲਬ ਕੋਰਟ ਦੇ ਕੇਸ ਲੜ ਰਹੇ ਨੇ। ਤੇ ਇੱਕ ਪਾਸੇ ਕਹਿੰਦੇ ਨੇ ਜਮਹੂਰੀਅਤ ਨੂੰ ਕਰ ਦੇਣਾ ਅਸੀਂ ਬਹੁਤ ਤਕੜਾ, ਆਹ ਕਰ ਦਿਆਂਗੇ ਉਹ ਕਰ ਦਿਆਂਗੇ, ਤੇ ਦੂਜੇ ਪਾਸੇ ਜਿਹੜੇ ਸਰਪੰਚ ਜਿਹੜੇ ਨੇ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇੱਦਾਂ ਰੋਕਦੇ ਨੇ। ਸੋ ਇਹ ਧੱਕੇਸ਼ਾਹੀ ਦੇ ਵਿਰੁੱਧ ਅੱਜ ਮੈਂ ਤੁਹਾਡੇ ਕੋਲੇ ਆਇਆ। ਉਧਰ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ। ਇਸ ਸੈਸ਼ਨ ਦੇ ਦਰਮਿਆਨ ਹੁਣ ਦਿੱਲੀ ਸਰਕਾਰ ਵੱਖੋ ਵੱਖਰੇ ਵਿਰੋਧੀਆਂ ਦੇ ਉੱਤੇ ਟਿੱਪਣੀਆਂ ਕਰਦੀ ਆ। ਮਨੀਸ਼ ਸਿਸੋਦੀਆ ਜੋ ਕਿ ਉਪ ਮੁੱਖ ਮੰਤਰੀ ਨੇ ਦਿੱਲੀ ਦੇ, ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਖਾਸ ਤੌਰ ਦੇ ਉੱਤੇ ਵਿਰੋਧੀਆਂ ਦੇ ਉੱਤੇ, ਅਤੇ ਉਹਨਾਂ ਇਸ ਮੌਕੇ ਦੇ ਉੱਤੇ ਹਾਸੇ ਦੇ ਵਿੱਚ ਕਈਆਂ ਅਜਿਹੀਆਂ ਗੰਭੀਰ ਗੱਲਾਂ ਕਹਿ ਦਿੱਤੀਆਂ ਜੋ ਕਿਤੇ ਨਾ ਕਿਤੇ ਹੁਣ ਵਿਰੋਧੀਆਂ ਦੇ ਲਈ ਬਹੁਤ ਵੱਡੇ ਸਵਾਲ ਬਣਦੀਆਂ ਜਾ ਰਹੀਆਂ ਨੇ। दिल्ली के देश के हर एक बच्चे को, गरीब से गरीब आदमी के बच्चे को क्वालिटी एजुकेशन नहीं मिलेगी। भारत विकसित देशों की श्रेणी में ये कहते हैं मुंगेरी लाल के हसीन सपने देख रहे हो। हाँ जी, सपने तो देख रहे हैं, सपने देख रहे हैं, हमारे सपनों में दम है। हमें अपनी नीयत पे भरोसा है, आपको अपनी नीयत पे भरोसा नहीं है। आपकी प्रॉब्लम है, हमारी थोड़ी प्रॉब्लम है। आपके पास कोई विजन नहीं है, हमारे पास विजन है, वो आपकी प्रॉब्लम है, हमारी थोड़ी है। हमने
हमें अपनी शिक्षा पे भरोसा है, हमें पता है कि हम अपने बच्चों को अच्छी शिक्षा देंगे। 2000 आज जो बच्चा, किस बच्चे की बात की मैंने 2047 में, आज जो बच्चा पैदा हो रहा है 25 साल बाद कहीं ग्रेजुएशन में खड़ा होगा, पहली नौकरी दूसरी नौकरी कर रहा होगा ग्रेजुएशन के बाद में, मैं उस बच्चे की बात कर रहा हूं। उस बच्चे को इतनी शानदार शिक्षा देंगे, इतनी शानदार शिक्षा देंगे कि 2047 तक, तब तो 25 साल का बनकर खड़ा होगा, उसकी इनकम सिंगापुर में बैठे हुए उसके काउंटर पार्ट की इनकम के बराबर होगी, उसकी एवरेज इनकम होगी। आपको शिक्षा पे भरोसा नहीं है, आपको कभी भी शिक्षा पे भरोसा नहीं रहा, आज कौन सा होगा? इनको शिक्षा पे कभी भरोसा नहीं रहा। अध्यक्ष महोदय, ये हंस इसलिए रहे हैं क्योंकि इनकी नीयत में खोट है, इनको अपने कर्मों में खोट है और इनको शिक्षा पे भरोसा नहीं है। हमको अपने ऊपर आत्मविश्वास है, हम आत्मविश्वास से मुस्कुरा इसलिए रहे हैं क्योंकि हमें भरोसा है, हमारी नीयत साफ है, हमारी लीडरशिप की नीयत साफ है, हमें शिक्षा पे भरोसा है और हमें कर्मों पे भरोसा है। इसलिए हमने जो कुछ इस बजट में कहा है हम उसको हासिल करके रहेंगे, ये हमारा कमिटमेंट है खुद से। ਉਧਰ SC/ST ਕਮਿਸ਼ਨ ਦੇ ਚੇਅਰਮੈਨ ਬਣਨ ਤੋਂ ਬਾਅਦ ਭਾਜਪਾ ਆਗੂ ਵਿਜੇ ਸਾਂਪਲਾ ਲੁਧਿਆਣਾ ਦੇ ਵਿੱਚ ਪਹੁੰਚੇ ਨੇ, ਜਿਸ ਮੌਕੇ ਦੇ ਉੱਤੇ ਵਿਜੇ ਸਾਂਪਲਾ ਨੇ ਕਿਹਾ ਹੈ ਕਿ SC/ST ਵਰਗ ਨੂੰ ਜਿਸ ਤਰ੍ਹਾਂ ਦੀਆਂ ਵੀ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਮੁਸ਼ਕਲਾਂ ਦਾ ਜਲਦ ਨਿਵਾਰਨ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ। ਸਾਥੀਓ, ਇੱਦਾਂ ਹੈ ਕਿ ਵੀ ਅਨੁਸੂਚਿਤ ਜਾਤੀ ਕਮਿਸ਼ਨ ਜਿਹੜਾ ਹੈ ਪਿਛਲੇ 10-11 ਮਹੀਨੇ ਤੋਂ ਉਹਦੀ ਚੇਅਰਮੈਨ ਦੀ ਨਿਯੁਕਤੀ ਨਹੀਂ ਸੀ ਹੋਈ, ਜਿਹਦੇ ਕਰਕੇ ਕਾਫੀ ਕੇਸਿਸ ਜਿਹੜੇ ਸੀਗੇ ਔਰ ਕਾਫੀ ਕੰਮ ਪਿਆ ਹੈ। ਔਰ ਇਹਦਾ ਮੁੱਖ ਰੂਪ 'ਚ ਕੰਮ ਜਿਹੜਾ ਆ ਉਹ 3 ਤਰੀਕੇ ਦੇ ਨਾਲ ਇਹ ਕੰਮ ਕਰਦਾ ਕਿ ਇੱਕ ਤਾਂ ਸਮਾਜਿਕ ਲੋਕਾਂ ਵੱਲੋਂ ਆਮ ਪਬਲਿਕ ਦੇ ਵਿੱਚ ਜਿਹੜਾ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਉੱਤੇ ਅਤਿਆਚਾਰ ਹੁੰਦੇ ਆ ਉਹਨਾਂ ਦਾ ਨਿਵਾਰਨ ਔਰ ਉਹਨਾਂ ਨੂੰ ਇਨਸਾਫ ਦਿਵਾਉਣ ਦਾ ਇਹਦਾ ਕੰਮ ਹੈ। ਦੂਸਰਾ, ਜਿਹੜੇ ਪ੍ਰਸ਼ਾਸਨ ਦੇ ਵਿੱਚ ਕੰਮ ਕਰਦੇ ਅਨੁਸੂਚਿਤ ਜਾਤੀ ਦੇ ਲੋਕ, ਨੌਕਰੀ ਪੇਸ਼ੇ ਵਾਲੇ ਨੇ, ਉਹਨਾਂ ਦੇ ਉੱਤੇ ਵੀ ਜਿਹੜਾ ਹੋ ਰਿਹਾ ਅਤਿਆਚਾਰ, ਔਰ ਪ੍ਰਾਈਵੇਟ ਸੰਸਥਾਵਾਂ 'ਚ ਵੀ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਵੀ ਨਿਆਂ ਦਿਵਾਉਣਾ ਔਰ ਉਹਨਾਂ ਦਾ ਜਿਹੜਾ ਕਸ਼ਟ ਨਿਵਾਰਨ ਦਾ ਕੰਮ ਜਿਹੜਾ ਇਹ ਆਯੋਗ ਕਰਦਾ ਹੈ। ਔਰ ਤੀਸਰਾ, ਜਿਹੜਾ ਸਰਕਾਰ ਦੀਆਂ ਯੋਜਨਾਵਾਂ ਹੁੰਦੀਆਂ ਉਹ ਚਾਹੇ ਸੂਬਾ ਸਰਕਾਰ ਦੀ ਹੋਵੇ, ਚਾਹੇ ਕੇਂਦਰ ਸਰਕਾਰ ਦੀ ਹੋਵੇ ਔਰ ਚਾਹੇ ਅਰਧ ਸਰਕਾਰੀ ਜਿਨ੍ਹਾਂ ਨੂੰ ਅਸੀਂ ਸੈਮੀ ਗੌਰਮੈਂਟ ਵੀ ਕਹਿੰਦੇ ਹਾਂ ਉਹਨਾਂ ਦੀ ਹੋਵੇ, ਔਰ ਕਿਸੇ ਵੀ ਸਰਕਾਰੀ ਜਾਂ PSU ਜਿਹੜੇ ਪਬਲਿਕ ਸੈਕਟਰ ਦੇ ਯੂਨਿਟਸ ਨੇ ਉਹਨਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਯੋਜਨਾਵਾਂ ਜਿਹੜੀਆਂ ਬਣਦੀਆਂ ਉਹਨਾਂ ਨੂੰ ਲਾਗੂ ਕਰਾਉਣ ਦਾ ਕੰਮ ਵੀ ਜਿਹੜਾ ਆ ਉਹ ਇਸ ਕਰਾਉਂਦਾ ਆ ਔਰ ਉਹਦਾ ਸਹੀ ਕਿਰਿਆਵਨ ਹੋਵੇ, ਉਹ ਸਹੀ ਉਹਦਾ ਵਿਤਰਨ ਹੋਵੇ, ਸਹੀ ਲਾਗੂ ਹੋਣ, ਇਸ ਦੀ ਦੇਖ ਰੇਖ ਕਰਨ ਦਾ ਕੰਮ ਵੀ ਜਿਹੜਾ ਆ ਉਹ ਕਮਿਸ਼ਨ ਜਿਹੜਾ ਹੈ ਉਹ ਕਰਦਾ ਹੈ। ਔਰ ਚੌਥੇ ਰੂਪ ਦੇ ਵਿੱਚ ਜਿਹੜਾ ਕਮਿਸ਼ਨ ਹੈ ਉਹ ਸਮਾਜਿਕ ਜਥੇਬੰਦੀਆਂ ਨਾਲ, ਸਿੱਖਣ ਸੰਸਥਾਵਾਂ ਦੇ ਨਾਲ, ਜਿਹਦੇ 'ਚ IIT ਵੀ ਜਾਂ ਦੂਸਰਿਆਂ ਦੇ ਜਿਹੜੇ ਵੀ ਰਿਸਰਚ ਫੈਲੋ, ਔਰ ਨਾਲ ਗੌਰਮੈਂਟ ਦੀਆਂ ਜਿੰਨੀਆਂ ਵੀ ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਸੰਬੰਧਿਤ ਰੱਖਦੀਆਂ ਯੂਨੀਅਨਸ ਕਹਿ ਲਈਏ ਜਾਂ ਸੰਸਥਾਵਾਂ ਕਹਿ ਲਈਏ, NGO ਦੇ ਨਾਲ ਸਮੇਂ-ਸਮੇਂ 'ਤੇ ਬੈਠ ਕੇ ਉਹਨਾਂ ਦੇ ਅਨੁਭਵਾਂ ਦੇ ਉੱਤੇ ਇੱਕ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਵੀ ਦੇਣ ਦਾ ਕੰਮ ਅਸੀਂ ਜਿਹੜਾ ਕਰਾਂਗੇ ਹੁਣ, ਜਿਸ ਦਾ ਮਤਲਬ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮੱਸਿਆਵਾਂ ਨਾ ਆਉਣ। ਉਧਰ ਹਰਿਆਣਾ ਸਰਕਾਰ ਦੇ ਵੱਲੋਂ ਵੀ ਆਖਰਕਾਰ ਆਪਣਾ ਬਜਟ ਪੇਸ਼ ਕਰ ਦਿੱਤਾ ਗਿਆ। ਇਸ ਬਜਟ ਦੇ ਵਿੱਚ ਕਿਸਾਨਾਂ ਦੇ ਲਈ ਕਈ ਖਾਸ ਪ੍ਰਬੰਧ ਹੋਣ ਦੀਆਂ ਵੀ ਗੱਲਾਂ ਆ ਰਹੀਆਂ ਨੇ। ਦੱਸ ਦਈਏ ਕਿ ਖਾਸ ਤੌਰ ਦੇ ਉੱਤੇ ਹੁਣ ਹਰਿਆਣਾ ਦੇ 2 ਵੱਡੇ ਇਲਾਕਿਆਂ ਨੂੰ ਫਿਲਮ ਸਿਟੀ ਦੇ ਵਿੱਚ ਤਬਦੀਲ ਕਰਨ ਦੇ ਲਈ ਵੀ ਇਸ ਬਜਟ ਦੇ ਵਿੱਚ ਪੈਸਾ ਰਾਖਵਾਂ ਰੱਖਿਆ ਗਿਆ। आज हरियाणा सरकार का बजट हमारे मुख्यमंत्री जो वित्त मंत्री भी हैं उन्होंने प्रस्तुत किया। एक किसान, गरीब, ग्रामीण विकास, स्वास्थ्य, ऐसे सब विषयों पर जो प्राथमिकता दी है इसके लिए मैं उनको बधाई देता हूँ। कुछ बातों का उल्लेख मैं करूँगा कि एक तो मुझे ही खुद लग रहा था कि कोरोना काल में देश का बजट आया तब भी लग रहा था, अब हरियाणा के बजट में भी लग रहा था कि पिछले सालों के बजट के लेवल पर हम पहुंचेंगे क्या। लेकिन खुशी की बात यह है कि देश का भी जो बजट आवंटन थे वो बढ़े और हरियाणा के बजट आवंटन भी वो बढ़कर जो है 1,55,600 करोड़ से ऊपर चले गए। इसमें 13% की बढ़ोतरी है। इसके लिए मैं मुख्यमंत्री जी को, वित्त मंत्री जी को, हरियाणा वासियों को बधाई देता हूँ। वृद्धावस्था पेंशन भी 250 रुपये बढ़ी है, तो बुज़ुर्गों के लिए भी, ऐसे सब लोगों के लिए जिनके लिए पेंशन होती है
विधवा हमारी या इसी तरह के ऐसे ही लोग जो वंचित लोग हैं, इसलिए वंचित किसी भी कारण से या एक ऐसी सोशल सिक्योरिटी जिनको चाहिए, उनके लिए इसमें बहुत बड़ी बात हुई है। ये बढ़ोतरी, अब ये 2500 रुपये पेंशन हो गई है। एक बात जो उल्लेखनीय है बहुत, मैं कहना चाहूँगा कि आज 7 कैटेगरी आयुष्मान में बढ़ाई है। उसमें 5 एकड़ से तक वाले किसान भी हैं और 1,80,000 रुपये से कम आमदनी वाले सब लोग हैं हरियाणा के। उसमें मीडिया कर्मी भी हैं, नंबरदार, चौकीदार, जिनको घुमंतु विमुक्त घुमंतु जाति कहते हैं, वो आज़ाद हिंद फौज, जो हमारे इमरजेंसी के विरुद्ध जेल में गए, हिंदी आंदोलन में गए, ऐसे सब लोगों को उसमें कवर किया है। ये एक बहुत बड़ी बात है। पहले आयुष्मान का दायरा केवल 2011 की जनगणना के आधार पे था और उस समय जो SCCC डाटा में जो थे उन्हीं को केवल मिल रहा था। हरियाणा सरकार ने इस बात की जो बढ़ोतरी की है। उधर दिल्ली यूनिवर्सिटी ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ ਨੇ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਖਾਸ ਕਰਕੇ ਹੋਸਟਲ ਦਾ ਉਦਘਾਟਨ ਕੀਤਾ ਹੈ। ਇਹ ਹੋਸਟਲ ਹੁਣ ਆਮ ਬੱਚਿਆਂ ਦੇ ਲਈ ਖੁੱਲ ਜਾਵੇਗਾ, ਜਿਸ ਦੇ ਵਿੱਚ ਆਮ ਬੱਚੇ ਆਪਣੇ ਘਰਾਂ ਤੋਂ ਦੂਰ ਆ ਕੇ ਰਹਿ ਸਕਿਆ ਕਰਨਗੇ ਅਤੇ ਉਹਨਾਂ ਦੀ ਸਿਹਤ ਦੇ ਲਈ ਵੀ ਖਾਸ ਕਿਸਮ ਦਾ ਪ੍ਰਬੰਧ ਇਹਨਾਂ ਹੋਸਟਲ ਦੇ ਵਿੱਚ ਕੀਤਾ ਗਿਆ ਹੈ। ਜਰਨਲ ਹਰੀ ਸਿੰਘ ਨਲੂਆ ਖਾਲਸਾ ਸਰਕਾਰ ਦੇ ਬਹੁਤ ਇੱਕ ਮਹਾਨ ਵੱਡੇ ਜਰਨੈਲ ਹੋਏ ਨੇ, ਜਿਨ੍ਹਾਂ ਨੇ ਫਰੰਟੀਅਰ ਦੇ ਵਿੱਚ ਆਪਣੀਆਂ ਜਿੱਤਾਂ ਦੇ ਝੰਡੇ ਗੱਡੇ ਨੇ ਔਰ ਉਹਨਾਂ ਦੀ ਵਜ੍ਹਾ ਕਰਕੇ ਹਿੰਦੁਸਤਾਨ ਦਾ ਇਤਿਹਾਸ ਜਿਹੜਾ ਹੈ ਉਹ ਬਦਲਿਆ ਹੈ। ਜੇ ਜਰਨਲ ਹਰੀ ਸਿੰਘ ਨਲੂਆ ਨਾ ਹੁੰਦੇ ਤੇ ਹਿੰਦੁਸਤਾਨ ਦਾ ਇਤਿਹਾਸ ਸ਼ਾਇਦ ਹੋਰ ਹੋਣਾ ਸੀ। ਮੈਨੂੰ ਖੁਸ਼ੀ ਹੈ ਕਿ ਖਾਲਸਾ ਕਾਲਜ ਨੇ ਜੋ ਹੋਸਟਲ ਬਣਾਇਆ ਹੈ ਉਹਦਾ ਨਾਮ ਜਿਹੜਾ ਹੈ ਜਰਨਲ ਹਰੀ ਸਿੰਘ ਨਲੂਆ ਦੇ ਨਾਮ ਦੇ ਉੱਤੇ ਰੱਖਿਆ ਹੈ। ਇਹਦੇ ਲਈ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਔਰ ਸਮੁੱਚੀ ਕਾਲਜ ਦੀ ਮੈਨੇਜਮੈਂਟ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਬੜਾ ਹੀ ਹਲਕੇ ਕਿਸਮ ਦਾ ਬਿਆਨ ਦਿੱਤਾ ਹੈ ਹਰਜੀਤ ਸਿੰਘ ਗਰੇਵਾਲ ਨੇ। ਮੈਂ ਸੁਣ ਰਿਹਾ ਸੀ ਜਦੋਂ ਇੱਕ ਪੱਤਰਕਾਰ ਨੂੰ ਪੁੱਛ ਰਿਹਾ ਸੀਗਾ, ਉਹਨਾਂ ਨੇ ਕਿਹਾ ਕਿ ਮੈਂ ਦਿੱਲੀ ਕਮੇਟੀ ਜਿਹੜੀ ਆ ਮੇਰਾ ਨਾਮ ਲੈ ਕੇ ਉਹਨਾਂ ਨੇ ਜਾਣਕਾਰੀ ਦਿੱਤੀ ਵੀ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਉਹਨਾਂ ਨੇ ਚਿੱਠੀ ਵੀ ਲਿਖੀ ਆ। ਗੱਲ ਇਹ ਕਿ ਜੇਕਰ ਤੇ ਤੁਸੀਂ ਐਜ਼ ਅ ਸਿੱਖ ਦੇਖੋਗੇ ਤੇ ਮਾਨਵਤਾ ਦੀ ਸੇਵਾ ਕਰਨਾ ਸਾਡਾ ਫਰਜ਼ ਬਣਦਾ ਹੈ, ਪਰ ਜੇ ਤੁਸੀਂ ਕਿਸੇ ਪਾਰਟੀ ਦਾ ਚਸ਼ਮਾ ਲਾ ਲੋਗੇ ਜਾਂ ਕਿਸੇ ਸੰਸਥਾ ਦਾ ਚਸ਼ਮਾ ਲਾ ਕੇ ਦੇਖੋਗੇ ਤੇ ਫਿਰ ਮੈਂ ਹਰਜੀਤ ਗਰੇਵਾਲ ਸਾਹਿਬ ਦਾ ਕੁਝ ਗੱਲ ਦਾ ਜਵਾਬ ਦੇ ਨਹੀਂ ਸਕਦਾ। ਬਹੁਤ ਹੀ ਹਲਕੀ ਕਿਸਮ ਦੀ ਸੋਚ ਆ। ਇੱਕ ਸਿੱਖ ਦੀ ਐਸੀ ਸੋਚ ਨਹੀਂ ਹੋ ਸਕਦੀ। ਜਦੋਂ ਵੀ ਮਾਨਵਤਾ ਦੀ ਸੇਵਾ ਦੀ ਲੋੜ ਪਈ ਆ, ਕਿਸਾਨ ਵੀ ਸਾਡੇ ਆਪਣੇ ਨੇ, ਉਹਨਾਂ ਦੀ ਲੰਗਰਾਂ ਦੇ ਪਾਣੀ ਦੀ ਵਿਵਸਥਾ ਕਰਨਾ, ਉਹਨਾਂ ਦੇ ਰਹਿਣ ਦੀ ਵਿਵਸਥਾ ਕਰਨਾ, ਸ਼੍ਰੋਮਣੀ ਕਮੇਟੀ ਹੋਵੇ, ਦਿੱਲੀ ਕਮੇਟੀ ਹੋਵੇ, ਹੋਰ ਸੰਸਥਾਵਾਂ, ਉਹਨਾਂ ਦਾ ਫਰਜ਼ ਬਣਦਾ ਹੈ। ਅੱਜ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਜਿਹੜੀ ਕਿ ਦਿੱਲੀ ਯੂਨੀਵਰਸਿਟੀ ਦੀ ਪ੍ਰਮੁੱਖ ਸੰਸਥਾ ਹੈ, ਸਭ ਤੋਂ ਵਧੀਆ ਕਾਲਜਸ ਦੇ ਵਿੱਚ ਸਾਡੇ ਕਾਲਜ ਦਾ ਨਾਮ ਆਉਂਦਾ। ਉਹਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਇਹ ਕਾਲਜ। ਅਸੀਂ ਜਰਨੈਲ ਹਰੀ ਸਿੰਘ ਨਲੂਆ ਦੇ ਨਾਮ ਦੇ ਉੱਪਰ ਇੱਕ ਹੋਸਟਲ ਸ਼ੁਰੂ ਕੀਤਾ ਹੈ, ਜਿਹਦੇ ਵਿੱਚ ਤਕਰੀਬਨ 250 ਬੱਚਿਆਂ ਦੇ ਰਹਿਣ ਦਾ ਪ੍ਰਬੰਧ ਹੈ। ਉਹਦੇ ਨਾਲ ਅਸੀਂ ਅਲਟਰਾ ਮਾਡਰਨ ਸਹੂਲਤਾਂ ਦੇ ਨਾਲ ਲੈਸ 4 ਲੈਕਚਰ ਥੀਏਟਰਸ ਜਿਹੜੇ ਨੇ ਉਹ ਅਸੀਂ ਤਿਆਰ ਕੀਤੇ ਨੇ ਔਰ ਉਹਦੇ ਵਿੱਚ ਅਸੀਂ ਬਹੁਤ ਸਾਰੇ ਮੀਡੀਆ ਕੋਰਸਿਸ, ਸਕਿੱਲ ਡਿਵੈਲਪਮੈਂਟ ਕੋਰਸਿਸ ਉਹ ਨਾਲ ਸ਼ੁਰੂ ਕਰਾਂਗੇ। ਇਹਦੇ ਵਿੱਚ ਸਾਨੂੰ ਬੜੀ ਲੰਬੇ ਸਮੇਂ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਗਰਲਜ਼ ਹੋਸਟਲ ਦੇ ਨਾਲ ਜਿਹੜੇ ਬੱਚੇ ਬਾਹਰੋਂ ਆਉਂਦੇ ਨੇ, ਖਾਸ ਕਰਕੇ ਸਿੱਖ ਬੱਚੇ ਉੱਤਰਾਖੰਡ, ਯੂਪੀ ਜਾਂ ਪੰਜਾਬ, ਹਰਿਆਣਾ ਦੇ, ਰਾਜਸਥਾਨ ਦੇ ਵੀ, ਉਹਨਾਂ ਬੱਚਿਆਂ ਨੂੰ ਇੱਥੇ ਰਹਿਣ ਦੀ ਬਹੁਤ ਵੱਡੀ ਮੁਸ਼ਕਲ ਸੀ ਤੇ ਅਸੀਂ ਉਹਨਾਂ ਨੂੰ ਬਿਲਕੁਲ ਇੱਕ ਜਿਸ ਤਰੀਕੇ ਦੇ ਨਾਲ ਅਸੀਂ ਪਹਿਲੇ 에ਅਰ ਕੰਡੀਸ਼ਨਡ ਹੋਸਟਲ ਤਿਆਰ ਕੀਤਾ ਸੀ, ਉਸੇ ਤਰੀਕੇ ਦੇ ਨਾਲ ਇਹ ਤਿਆਰ ਕੀਤਾ ਹੈ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਤੇ ਲਈ ਨਹੀਂ, ਫਿਰ ਮੁੜ ਹਾਜ਼ਰ ਹੁੰਨੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।